ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਿੰਦਰ ਸਿੰਘ ਜ਼ੀਰਾ ਮੌਜੂਦ ਨੇ। ਬਲਵਿੰਦਰ ਸਿੰਘ ਸੇਖੋਂ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦਾ ਜ਼ਿਕਰ ਹੋ ਰਿਹਾ ਮੀਡੀਆ ਦੇ ਵਿੱਚ। ਸਾਬਕਾ ਡੀਐਸਪੀ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਜਾਂ ਜਿਹੜੀਆਂ ਸੀਲਬੰਦ ਰਿਪੋਰਟਾਂ ਮਾਣਯੋਗ ਹਾਈ ਕੋਰਟ ਦੇ ਵਿੱਚ ਪਈਆਂ ਉਹਨੂੰ ਲੈ ਕੇ ਜੋ ਕੁਝ ਉਹ ਸਵਾਲ ਚੁੱਕਦੇ ਨੇ, ਜੁਡੀਸ਼ਰੀ ਤੇ ਵੀ ਸਵਾਲ ਚੁੱਕਦੇ ਨੇ। ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਅੜਿੱਕਾ ਕਿੱਥੇ ਆ, ਕਾਰਨ ਕੀ ਨੇ ਕਿ ਇੰਨਾ ਅਗਰੈਸਿਵ ਹੋ ਕੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਗਿਆ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਸੇਖੋਂ ਹੋਰਾਂ ਨੂੰ ਜਿਹੜਾ ਉਹ ਪੁਲਿਸ ਕਸਟਡੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਇਹਦੇ ਅੱਗੋਂ ਸਿੱਟੇ ਕੀ ਹੋਣਗੇ ਜਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਜਾਏਗਾ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਖਾਸ ਗੱਲ ਨਸ਼ਿਆਂ ਦੇ ਮੁੱਦੇ ਦੀ। ਤੁਹਾਡਾ ਸਵਾਗਤ ਹੈ ਜ਼ੀਰਾ ਸਾਹਿਬ। ਥੈਂਕ ਯੂ ਸੁਖਵਿੰਦਰ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਤਾਂ ਇਹ ਆ ਕਿ ਜੋ ਕੁਝ ਮਾਣਯੋਗ ਹਾਈ ਕੋਰਟ ਜਾਂ ਜੁਡੀਸ਼ਰੀ ਨੂੰ ਲੈ ਕੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ, ਉਸ ਤੋਂ ਬਾਅਦ ਉਹਨਾਂ ਦੀ ਅਰੈਸਟ ਹੋ ਜਾਂਦੀ ਹੈ ਤੇ ਹੁਣ ਇਸ ਮਸਲੇ ਬਾਰੇ ਮਾਣਯੋਗ ਹਾਈ ਕੋਰਟ ਦੇ ਵਿੱਚ 24 ਤਰੀਕ ਨੂੰ ਜਿਹੜਾ ਉਹਨਾਂ ਨੂੰ ਉੱਥੇ ਪੇਸ਼ ਹੋਣਾ ਪੈਣਾ। ਨੀਚੇ ਲੋਅਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਦੀ ਬੇਟੀ ਜਿਹੜੀ ਆ ਉਹਨੇ ਆ ਕੇ ਹੁਣ ਕਹਿੰਦੇ ਵਾਗਡੋਰ ਸੰਭਾਲੀ ਹੈ। ਉਹ ਸਾਰਾ ਕੁਝ ਅੱਗੇ ਬਰੀਫ ਕਰ ਰਹੇ ਨੇ ਕਿ ਆਖਿਰਕਾਰ ਬਲਵਿੰਦਰ ਸਿੰਘ ਸੇਖੋਂ ਕਹਿਣਾ ਕੀ ਚਾਹੁੰਦੇ ਨੇ। ਮੈਂ ਚਾਹਾਂਗਾ ਕਿ ਆਪਾਂ ਸਭ ਤੋਂ ਪਹਿਲਾਂ ਜੋ ਕੁਝ ਪ੍ਰੋਸੀਡਿੰਗ ਕੋਰਟ ਦੇ ਵਿੱਚ ਹੋਈ ਉਹਦੇ ਉੱਤੇ ਗੱਲਬਾਤ ਕਰੀਏ ਕਿ ਆਖਿਰਕਾਰ ਕਿਹੜੀ ਗੱਲਬਾਤ ਜਿਹੜੀ ਆ ਉੱਥੇ ਅੰਦਰ ਹੋਈ ਆ ਤੇ ਕੀ ਕੁਝ ਮਾਣਯੋਗ ਕੋਰਟ ਦੇ ਵੱਲੋਂ ਕਿਹਾ ਗਿਆ। ਜੀ ਸੁਖਵਿੰਦਰ, ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੋ ਬਲਵਿੰਦਰ ਸੇਖੋਂ ਦਾ ਜਿਹੜਾ ਪਿਛਲੇ 2 ਦਿਨਾਂ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਅਰੈਸਟ ਕਰਨਾ ਸੀਆਈ ਸਟਾਫ ਦੁਆਰਾ, ਲੁਧਿਆਣਾ ਦੁਆਰਾ, ਔਰ ਕੱਲ ਉਹਨਾਂ ਨੂੰ ਮਤਲਬ ਅਦਾਲਤ ਦੇ ਵਿੱਚ ਪੇਸ਼ ਕੀਤਾ। ਔਰ ਇਸ ਗੱਲ ਤੇ ਉਹ ਤਾਂ ਪਹਿਲੇ ਦਿਨ ਤੋਂ ਵਾਜਿਦ ਸੀਗੇ ਕਿ ਕਿਉਂਕਿ ਮੈਂ ਕੋਈ ਗਲਤ ਨਹੀਂ ਕਰ ਰਿਹਾ, ਮੈਂ ਕਿਸੇ ਤਰ੍ਹਾਂ ਨਾਲ ਮਤਲਬ ਜਿਹੜਾ ਕੋਈ ਮੇਰੇ ਤੇ ਮੈਂ ਕੋਈ ਕ੍ਰਾਈਮ ਨਹੀਂ ਕੀਤਾ। ਠੀਕ ਹੈ, ਬੇਸ਼ੱਕ ਕਿ ਉਹਦੇ ਨੋਟਿਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਇੱਕ ਮਤਲਬ ਕ੍ਰਿਮੀਨਲ ਕੰਟੈਂਪਟ ਕਿਹਾ ਜਾਂਦਾ ਹੈ। ਉਹ ਜੁਡੀਸ਼ਰੀ ਦੀ ਆਪਣੀ ਭਾਸ਼ਾ ਹੈ। ਔਰ ਅਸੀਂ ਉਸ ਗੱਲ ਤੇ ਕਿੰਤੂ ਪਰੰਤੂ ਨਾ ਕਰੀਏ, ਕਿਉਂਕਿ ਜੱਜ ਸਾਹਿਬ ਨੇ ਜੋ ਭਾਸ਼ਾ ਉਹਦੇ ਵਿੱਚ ਲਿਖੀ ਹੈ, ਜੋ ਉਹਨਾਂ ਨੇ ਨੋਟਿਸ ਕੀਤਾ ਹੈ, ਉਸ ਹਿਸਾਬ ਨਾਲ ਉਹਨਾਂ ਨੇ ਇਹਨਾਂ ਨੂੰ ਮਤਲਬ ਵਾਰੰਟ ਕੀਤਾ ਹੈ। ਉਹ ਇੱਕ ਅਲੱਗ ਮੈਟਰ ਹੈਗਾ। ਪਰ ਅਸੀਂ ਲੋਕ ਜਾਂ ਆਮ ਲੋਕ ਜਿਹੜੇ ਇਸ ਸਿਸਟਮ ਤੋਂ ਇਹ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਹੈਗੇ। ਜਿਹੜੇ ਲੋਕ, ਜ਼ਿਆਦਾਤਰ ਲੋਕ, ਬਲਕਿ ਮੈਂ ਇਹ ਵੀ ਕਹੂੰਗਾ ਜ਼ਿਆਦਾਤਰ ਲੋਕ ਜਿਹੜੇ ਆ, ਉਹ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਡਿਪਾਰਟਮੈਂਟ ਦੇ ਲੋਕਾਂ ਨੂੰ, ਪਹਿਲਾਂ ਆਪਾਂ ਪ੍ਰਬੰਧਕੀ ਢਾਂਚੇ ਦੇ ਵਿੱਚ ਇਨਵੋਲਵ ਲੋਕਾਂ ਦੀ ਗੱਲ ਹੀ ਕਰ ਲਈਏ ਤਾਂ ਉਹਨਾਂ ਨੂੰ ਤੁਸੀਂ ਆਫ ਦਾ ਰਿਕਾਰਡ ਉਹਨਾਂ ਨੂੰ ਮਤਲਬ ਕੈਮਰੇ ਤੋਂ ਪਾਸੇ ਔਰ ਉਹਨਾਂ ਦੇ ਦਫ਼ਤਰਾਂ ਤੋਂ ਪਾਸੇ ਕਿਸੇ ਦੇ ਨਾਲ ਵੀ ਤੁਸੀਂ ਗੱਲ ਕਰ ਲਓ ਤੇ ਮੋਰ ਦੈਨ 80%, 80% ਤੋਂ ਵੱਧ ਜਿਹੜੇ ਲੋਕ ਨੇ ਉਹ ਹਮੇਸ਼ਾ ਹੀ ਇਸ ਗੱਲ ਦਾ ਸ਼ਿਕਵਾ ਰੱਖਦੇ ਨੇ ਕਿ ਜੋ ਹੋਣਾ ਚਾਹੀਦਾ ਸਾਡੇ ਪ੍ਰਬੰਧ ਦੇ ਵਿੱਚ, ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਉਹਨਾਂ ਗੱਲਾਂ ਦੀ ਕਿਤੇ ਨਾ ਕਿਤੇ ਕਮੀ ਹੈ ਔਰ ਸੈਟਿਸਫੈਕਸ਼ਨ ਨਹੀਂ ਹੈ, ਚਾਹੇ ਉਹ ਅਧਿਕਾਰੀ ਹੋਣ। ਔਰ ਦੇਖੋ, ਜੇਕਰ ਉਹਨਾਂ ਦੀ ਸੈਟਿਸਫੈਕਸ਼ਨ ਨਹੀਂ ਹੈ, ਉਦਾਹਰਨ ਦੇ ਤੌਰ ਤੇ ਅਸੀਂ ਲਈਏ ਕਿ ਮੰਨ ਲਈਏ ਕਿ ਅਸੀਂ ਪੁਲਿਸ ਡਿਪਾਰਟਮੈਂਟ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਜਾਂ ਜੁਡੀਸ਼ਰੀ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਜਾਂ ਕਿਸੇ ਹੋਰ ਵਿਭਾਗ ਦੇ ਲੋਕਾਂ ਨਾਲ ਗੱਲ ਕਰਦੇ ਹਾਂ। ਦੇਖੋ, ਇੱਕ ਗੱਲ ਤਾਂ ਸਪਸ਼ਟ ਹੈ ਨਾ ਕਿ ਜੇਕਰ ਉਹਨਾਂ ਦੀ ਖੁਦ ਦੀ ਸੈਟਿਸਫੈਕਸ਼ਨ ਨਹੀਂ ਹੈ ਤਾਂ ਇਹਦਾ ਮਤਲਬ ਉਹਨਾਂ ਨੇ ਜੋ ਪਬਲਿਕ ਨੂੰ ਡਿਲੀਵਰ ਕਰਨਾ ਹੈ, ਜੋ ਪਬਲਿਕ ਨੂੰ ਆਸਾਂ ਨੇ ਉਹਨਾਂ ਤੋਂ, ਤਾਂ ਇਹਦਾ ਮਤਲਬ ਉੱਥੇ ਵੀ ਕਿਤੇ ਨਾ ਕਿਤੇ ਤਾਂ ਕਮੀ ਹੈਗੀ ਹੈ ਨਾ। ਔਰ ਦੂਸਰੀ ਗੱਲ, ਇਸ ਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਪੁਖਤਾ ਸਬੂਤ ਜਿਹੜਾ ਹੈਗਾ ਇਸ ਗੱਲ ਦਾ, ਉਹ ਇਸ ਗੱਲ ਤੋਂ ਹੈ ਕਿ ਮਤਲਬ ਜੇਕਰ ਅੱਜ ਵੀ 5 ਕਰੋੜ ਦੇ ਲਗਭਗ ਕੇਸਿਸ ਜਿਹੜੇ ਹੈਗੇ ਉਹ ਪੈਂਡਿੰਗ ਪਏ ਨੇ, ਦਾਦਾ ਕੇਸ ਕਰਦਾ ਹੈ, ਪੋਤਰਾ ਉਹਦੇ ਆਰਡਰ ਲੈਂਦਾ, ਰਿਸੀਵ ਕਰਦਾ, ਠੀਕ ਹੈ, ਔਰ ਮਤਲਬ 25-25 ਸਾਲ, 20-20 ਸਾਲ, 15-15 ਸਾਲ ਦੀਆਂ ਆਮ ਐਗਜ਼ਾਮਪਲਸ ਹੈਗੀਆਂ ਨੇ ਸਾਡੇ ਜੀ।
ਜਦ ਕਿ ਸਾਡੇ ਹੀ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਡਿਲੇ ਜਸਟਿਸ ਜਿਹੜਾ ਹੈਗਾ ਉਹ ਇਨਜਸਟਿਸ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਅਸੀਂ ਮੰਨਦੇ ਹਾਂ। ਸੋ ਪਰ ਇਹਨੂੰ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਗੱਲਾਂ ਨੂੰ ਠੀਕ ਕਰਨ ਵਾਸਤੇ ਫਿਰ ਇੱਕ ਤਾਂ ਪ੍ਰੋਸੈਸ ਹੋਏਗਾ। ਮੈਂ ਨਹੀਂ ਕਹਿੰਦਾ ਕਿ ਜੁਡੀਸ਼ਰੀ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਕੋਈ ਇਹਨੂੰ ਦਰੁਸਤ ਕਰਨ ਵਾਸਤੇ ਮਤਲਬ ਚਿੰਤਤ ਨਾ ਹੋਣਗੇ ਜਾਂ ਕੋਈ ਉਹ ਪ੍ਰਕਿਰਿਆ ਨਾ ਕਰ ਰਹੇ ਹੋਣਗੇ, ਹੋ ਸਕਦਾ ਹੈ ਕਿ ਉਹ ਵੀ ਕਰ ਰਹੇ ਹੋਣ। ਪਰ ਜਨਰਲ ਪਬਲਿਕ ਨੇ, ਆਮ ਲੋਕਾਂ ਨੇ ਕਿਸ ਚੀਜ਼ ਨੂੰ ਦੇਖਣਾ ਹੁੰਦਾ ਕਿ ਜੇਕਰ ਕਿਸੇ ਨੇ, ਹੁਣ ਇੱਕ ਮਕੈਨਿਕ ਇੱਕ ਮੋਟਰ ਨੂੰ ਠੀਕ ਕਰ ਰਿਹਾ ਤੇ ਜੇਕਰ ਤਾਂ ਮੋਟਰ ਠੀਕ ਹੋ ਗਈ ਤਾਂ ਮਕੈਨਿਕ ਦੀ ਮਾਲਕ ਦੀ ਤਸੱਲੀ ਹੈ ਕਿ ਬਿਲਕੁਲ ਜੀ ਮੋਟਰ ਠੀਕ ਹੋ ਗਈ ਹੈ, ਮੇਰੀ ਤਸੱਲੀ ਹੈ। ਹੁਣ ਜੇਕਰ ਉਹ ਠੀਕ ਨਹੀਂ ਹੋਈ, ਮੋਟਰ ਦੇ ਵਿੱਚ ਉਸੇ ਤਰ੍ਹਾਂ ਦੀ ਪ੍ਰੋਬਲਮ ਹੈ, ਮਸ਼ੀਨ ਉਸੇ ਤਰ੍ਹਾਂ ਹੀ ਗੜਬੜ ਕਰ ਰਹੀ ਹੈ, ਤਾਂ ਫਿਰ ਮਕੈਨਿਕ ਨੇ ਚਾਹੇ ਜਿੰਨਾ ਮਰਜ਼ੀ ਜ਼ੋਰ ਲਾਇਆ ਹੋਵੇ, ਜਿੰਨੀ ਮਰਜ਼ੀ ਉਹਦੀ ਨੀਅਤ ਸਾਫ਼ ਹੋਵੇ, ਉਹਨਾਂ ਗੱਲਾਂ ਦੀ ਕੋਈ ਮਤਲਬ ਮਹਿਨਾ ਨਹੀਂ ਰਹਿ ਜਾਂਦਾ। ਗੱਲ ਤਾਂ ਰਿਜ਼ਲਟ ਤੇ ਆਉਂਦੀ ਤੇ ਰਿਜ਼ਲਟ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਸਮਝਦਾ ਕਿ ਜੇਕਰ ਸਾਡੇ ਸਾਹਮਣੇ ਹੀ ਇਸ ਤਰ੍ਹਾਂ ਦਾ, ਦੇਖੋ ਪੁਲਿਸ ਕੇਸਿਸ ਦੀ ਗੱਲ ਕਰ ਲਓ, ਜੁਡੀਸ਼ਰੀ ਦੇ ਵਿੱਚ ਪਏ ਹੋਏ ਕੇਸਿਸ ਦੀ ਗੱਲ ਕਰ ਲਓ, ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਤਸੱਲੀ ਜਿਹੜੀ ਹੈਗੀ ਹੈ ਉਹ ਨਹੀਂ ਹੈ ਇਸ ਮਾਮਲੇ 'ਚ। ਇਹ ਤਾਂ ਸਾਨੂੰ ਮੰਨਣਾ ਪਊਗਾ ਔਰ ਇਹ ਕੰਧ ਤੇ ਲਿਖਿਆ ਸੱਚ ਹੈ। ਕੋਈ ਇਹਨੂੰ ਆਫ ਦਾ ਰਿਕਾਰਡ ਮੰਨ ਲੇ, ਕੋਈ ਕਿਸੇ ਪੋਜੀਸ਼ਨ ਤੇ ਬੈਠਾ ਹੋਇਆ ਮੰਨ ਲੇ, ਬਹੁਤ ਲੋਕ, ਬਹੁਤ ਜੁਰਤ ਵਾਲੇ ਲੋਕ ਹੈਗੇ ਨੇ ਜਿਹੜੇ ਆਪਣੇ ਅਹੁਦਿਆਂ ਦੇ ਉੱਪਰ ਬੈਠੇ ਹੋਏ ਵੀ ਇਹਨਾਂ ਗੱਲਾਂ ਨੂੰ ਮੰਨਦੇ ਨੇ ਕਿ ਬਿਲਕੁਲ ਜੀ ਅਸੀਂ ਮਤਲਬ ਜਿਸ ਐਕਸਟੈਂਟ ਦੇ ਵਿੱਚ, ਜਿਸ ਲੈਵਲ ਤੇ ਡਿਲੀਵਰ ਹੋਣਾ ਚਾਹੀਦਾ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਅਸਮਰੱਥ ਹਾਂ। ਸੋ ਜਦੋਂ ਅਸੀਂ ਇਹ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਜਦੋਂ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਇੱਕ ਪਾਸੇ ਅਸੀਂ ਇਹ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਘੱਟੋ ਘੱਟ 20-25 ਸਾਲ ਤੋਂ ਨਸ਼ਿਆਂ ਦਾ ਜਿਹੜਾ ਮੁੱਦਾ ਹੈ ਉਹ ਇੱਕ ਬੜੀ ਗੰਭੀਰ ਸਮੱਸਿਆ ਹੈ ਔਰ ਉਹਦਾ ਬੜਾ ਮਤਲਬ ਜਿਹੜਾ ਹੈਗਾ ਉਹਦਾ ਵਿਕਰਾਲ ਰੂਪ ਹੈ, ਜੋ ਮਤਲਬ ਖਾਸ ਤੌਰ ਤੇ ਨੌਜਵਾਨਾਂ ਦੀ ਜ਼ਿੰਦਗੀਆਂ ਖਾ ਰਿਹਾ ਹੈ, ਜਿਹੜੀ ਸਭ ਤੋਂ ਅਹਿਮ ਗੱਲ ਹੈ। ਔਰ ਇਹਨੂੰ ਸਾਰਾ ਪੰਜਾਬ ਮੰਨ ਰਿਹਾ ਹੈ, ਸਾਰੀ ਦੁਨੀਆ ਮੰਨ ਰਹੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਹਰ ਦੂਜੇ ਤੀਜੇ ਪਿੰਡ ਦੇ ਵਿੱਚੋਂ ਰੋਜ਼ਾਨਾ ਦੀਆਂ ਖਬਰਾਂ ਮਿਲਦੀਆਂ ਨੇ ਕਿ ਫਲਾਣੀ ਜਗ੍ਹਾ ਤੇ ਅੱਜ ਓਵਰਡੋਜ਼ ਦੇ ਨਾਲ ਬੱਚਾ ਮਰ ਗਿਆ, 18 ਸਾਲ ਦੀ ਏਜ ਸੀ, 22 ਸਾਲ ਦੀ ਏਜ ਸੀ। ਅਜਿਹੀਆਂ ਆਮ ਉਦਾਹਰਨਾਂ, ਔਰ ਇਹ ਕੋਈ ਲੁਕੀਆਂ ਛੁਪੀਆਂ ਨਹੀਂ ਹੈ ਸੁਖਵਿੰਦਰ। ਇਹਨਾਂ ਨੂੰ ਜਦੋਂ ਇਹ ਐਸੇ ਰਿਕਾਰਡ ਨੇ, ਇਹੋ ਜਿਹੀਆਂ ਘਟਨਾਵਾਂ ਨੇ, ਐਡੀਆਂ ਦਰਦਨਾਕ ਪੀੜਾ ਹੈ ਕਿ ਇਹਦਾ ਜਦੋਂ ਮਰਜ਼ੀ ਕੋਈ ਵੀ ਚਾਹਵੇ, ਕੋਈ ਇਹਦੇ ਵਿੱਚ ਕਿਸ ਤਰ੍ਹਾਂ ਨਾ ਕੋਈ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ। ਕੋਈ ਜਦੋਂ ਵੀ ਚਾਹਵੇ, ਅਗਰ ਇਮਾਨਦਾਰੀ ਦੇ ਨਾਲ ਇਹਦੀ ਤਸਵੀਰ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਜਦੋਂ ਮਰਜ਼ੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਡਿਸਟ੍ਰਿਕਟਸ ਦੇ ਪਿੰਡਾਂ ਦੀ ਚੋਣ ਕਰ ਲਵੇ, 10-10 15-15 ਪਿੰਡਾਂ ਦੀ ਚੋਣ ਕਰ ਲੇ, ਇੱਕ ਸਰਵਾ ਕਰ ਲੇ, ਪਤਾ ਲੱਗ ਜਾਂਦਾ। ਸੋ ਇਹ ਗੱਲ ਜੱਗ ਜ਼ਾਹਰ ਹੈ। ਹੁਣ ਦੂਸਰੀ ਗੱਲ ਤੇ ਆਈਏ ਕਿ ਜੇਕਰ ਇਹ ਸਮੱਸਿਆ ਏਡੀ ਗੰਭੀਰ ਹੈ ਤੇ ਇਸ ਸਮੱਸਿਆ ਦੇ ਹੱਲ ਦੇ ਵਾਸਤੇ ਕੁਝ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਕੋਈ ਆਪਣੇ ਲੈਵਲ ਤੇ ਕੋਈ ਉਪਰਾਲੇ ਕੀਤੇ ਹੋਣਗੇ, ਉਹਨਾਂ ਨੇ ਕੋਈ ਰਿਪੋਰਟਸ ਤਿਆਰ ਕੀਤੀਆਂ ਹੋਣਗੀਆਂ, ਉਹਨਾਂ ਨੇ ਕੋਈ ਮਤਲਬ ਕੋਈ ਪੁਖਤਾ ਉਹਦੇ ਵਾਸਤੇ ਕੋਈ ਸੈੱਟ ਡਿਜ਼ਾਈਨ ਕੀਤਾ ਹੋਏਗਾ ਆਪਣੀ ਭਾਸ਼ਾ ਦੇ ਵਿੱਚ, ਉਹਨਾਂ ਦੀ ਦੇ ਵਿੱਚ ਕਹਿ ਲਓ, ਜਾਂ ਉਹਨਾਂ ਦੇ ਜੋ ਪ੍ਰੋਟੋਕਾਲਸ ਨੇ, ਉਹਨਾਂ ਦੇ ਡਿਪਾਰਟਮੈਂਟਾਂ ਦੀ ਜੋ ਪ੍ਰਕਿਰਿਆ ਹੈ, ਉਹਦੇ ਮੁਤਾਬਕ ਜੋ ਵੀ ਰਿਕਮੈਂਡੇਸ਼ਨਸ ਕੋਈ ਦਿੱਤੀਆਂ ਹੋਣਗੀਆਂ। ਮੈਂ ਨਹੀਂ ਸਮਝਦਾ ਕਿ ਸਾਡੇ ਵਾਸਤੇ ਇਦੋਂ ਵੱਡੀ ਨਿਹਾਇਤ ਮਤਲਬ ਬੇਸ਼ਰਮੀ ਦੀ ਔਰ ਨਿਹਾਇਤ ਸ਼ਰਮਿੰਦਗੀ ਵਾਲੀ ਗੱਲ ਕੋਈ ਹੋਰ ਹੋ ਸਕਦੀ ਹੈ ਕਿ ਜੇਕਰ ਸਾਡੇ ਪ੍ਰਬੰਧ ਦੇ ਵਿੱਚ ਅਜਿਹੇ ਸੈਂਸਿਟਿਵ ਵਿਸ਼ੇ ਦੇ ਉੱਤੇ ਕੀਤੇ ਹੋਏ ਕੰਮ ਜਿਹੜੇ ਹੈ ਔਰ ਉਹਨਾਂ ਦੀਆਂ ਰਿਪੋਰਟਸ ਤਿਆਰ ਕੀਤੀਆਂ ਹੋਣ ਔਰ ਉਹ 5-5 ਸਾਲ ਲਗਾਤਾਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰੀਓਪਨ ਹੀ ਨਾ ਹੋ ਸਕਣ, ਉਹਨਾਂ ਤੇ ਕੋਈ ਅਸੀਂ ਐਕਸ਼ਨ ਨਾ ਕਰ ਸਕੀਏ, ਉਹਨਾਂ ਦੇ ਵਿੱਚ ਕਿੰਨਾ ਲੋਕਾਂ ਦੇ ਨਾਮ ਹੈ ਅਸੀਂ ਉਹ ਲੋਕਾਂ ਦੇ ਅੱਗੇ ਨਾ ਰੱਖ ਸਕੀਏ, ਅਸੀਂ ਕੋਈ ਉਹਨਾਂ ਲੋਕਾਂ ਤੇ ਕੋਈ ਐਕਸ਼ਨ ਨਾ ਲੈ ਸਕੀਏ, ਜਾਂ ਉਹਨੂੰ ਦੇਖਦਿਆਂ ਹੋਇਆਂ ਗੱਲ ਇਹ ਨਹੀਂ ਹੈ ਇਕੱਲੀ ਕਿ ਕਿੰਨਾ ਲੋਕਾਂ ਦੇ ਨਾਮ ਨੇ, ਗੱਲ ਇਹ ਨਹੀਂ ਹੈ ਇਕੱਲੀ ਕਿ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੀ ਆਮ ਲੋਕਾਂ ਦੀ ਤਸੱਲੀ ਹੈ। ਗੱਲ ਤਾਂ ਸੁਖਵਿੰਦਰ ਇਹ ਵੀ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚ ਬਹੁਤ ਕੁਝ ਸਾਹਮਣੇ ਇਸ ਤਰ੍ਹਾਂ ਦਾ ਵੀ ਤਾਂ ਆਏਗਾ ਨਾ ਕਿ ਅਗਰ ਪ੍ਰਬੰਧ ਦੇ ਕੇ ਕਿਹੜੇ ਹਿੱਸੇ ਦੇ ਲੋਕ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੁੰਦੇ ਨੇ ਔਰ ਉੱਥੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹਾ ਮਤਲਬ ਜਿਹੜਾ ਹੈਗਾ ਸਿਸਟਮ ਮਤਲਬ ਬਿਲਡਅਪ ਹੀ ਨਾ ਹੋ ਸਕੇ, ਅਸੀਂ ਉਹਦੀ ਸਪਲਾਈ ਚੇਨ ਤੋੜ ਦਈਏ, ਉਹਦੀ ਅੱਗੇ ਡਿਵੈਲਪਮੈਂਟ ਰੋਕ ਸਕੀਏ। ਉਸ ਤਰ੍ਹਾਂ ਦੀਆਂ ਬਹੁਤ ਇੱਕ ਰਿਪੋਰਟ ਤੋਂ ਬਾਅਦ ਜਿਹੜਾ ਹੁੰਦਾ ਹੈ ਉਹਨੂੰ ਖੋਲ ਕੇ ਉਹਦੇ ਤੇ ਅਧਿਐਨ ਕਰਨਾ ਔਰ ਉਹਦੇ ਤੇ ਅੱਗੇ ਵਧਣਾ
ਕਈ ਰਸਤੇ ਖੋਲਦਾ। ਸੋ ਇਹਦੇ 'ਚ ਮਤਲਬ ਕੱਲਾ ਇਹੀ ਨਹੀਂ ਹੁੰਦਾ ਕਿ ਮਤਲਬ ਉਹਦੇ ਵਿੱਚ ਕਿੰਨਾ ਲੋਕਾਂ ਦੇ ਨਾਮ ਨੇ, ਉਹਨਾਂ ਲੋਕਾਂ ਤੇ ਐਕਸ਼ਨ ਹੋਵੇ, ਉਹ ਵੀ ਹੋਣਾ ਚਾਹੀਦਾ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਅਗਰ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਹੋਏ ਲੋਕਾਂ ਨੇ ਅਗਰ ਇਸ ਤਰ੍ਹਾਂ ਦੀ ਭਿਆਨਕ ਤਸਵੀਰ, ਐਡੇ ਗੂੜੇ ਮਤਲਬ ਐਡੇ ਡੂੰਘੇ ਦਰਦ ਪੰਜਾਬ ਦੇ ਲੋਕਾਂ ਨੂੰ ਦਿੱਤੇ ਹੈ, ਤਾਂ ਉਹਨਾਂ ਦੇ ਨਾਮ ਕਿਉਂ ਛੁਪੇ ਰਹਿਣ ਜੀ? ਸੋ ਇਹ ਗੱਲਾਂ ਬਹੁਤ ਅਹਿਮ ਨੇ। ਹੁਣ ਜਦੋਂ ਤੁਸੀਂ ਜੇਕਰ ਤਾਂ ਕੋਈ ਵੀ ਇਨਸਾਨ ਇਹ ਸਾਰੇ ਹਾਲਾਤਾਂ ਨੂੰ ਆਪਣੇ ਅੱਗੇ ਰੱਖ ਕੇ, ਇਹ ਸਾਰੀਆਂ ਗੱਲਾਂ ਦੀ ਮਹੱਤਤਾ ਨੂੰ ਆਪਣੇ ਜਿਹਨ ਦੇ ਵਿੱਚ ਵਿਚਾਰ ਕੇ ਬਲਵਿੰਦਰ ਸੇਖੋਂ ਨੂੰ ਸੁਣੂਗਾ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਉਹ ਗੱਲ ਜਿਹੜੀ ਉਹਨਾਂ ਦੀ ਹੈਗੀ ਹੈ ਉਹ ਮਤਲਬ ਉਹਨੂੰ ਜਿਹੜੀ ਜਿਸ ਤਰ੍ਹਾਂ ਦੇ ਮਤਲਬ ਦਿੱਤੇ ਜਾ ਰਹੇ ਨੇ ਉਹਦੇ ਤੇ ਪ੍ਰਤੀਕਰਮ ਕਿ ਜੀ ਉਹਨਾਂ ਦੀ ਭਾਸ਼ਾ ਬੜੀ ਇਦਾਂ ਦੀ ਹੈ, ਉਹਨਾਂ ਨੂੰ ਐਸ ਲਿਮਿਟ ਦੇ ਵਿੱਚ ਰਹਿ ਕੇ ਬੋਲਣਾ ਚਾਹੀਦਾ ਹੈ, ਉਹਨਾਂ ਨੂੰ ਐਸ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ, ਉਹਨਾਂ ਨੂੰ ਏਦਾਂ ਕਰਨਾ ਚਾਹੀਦਾ। ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਕੋਈ ਬੰਦਾ ਕਿਤੇ ਕਹਿ ਰਿਹਾ ਹੈ ਤੇ ਅਗਰ ਉਹ ਲਾਈਨ ਨੂੰ ਕ੍ਰਾਸ ਕਰਦਾ ਹੈ ਤਾਂ ਉਹਦੇ ਤੇ ਵੀ ਗੱਲ ਕੀਤੀ ਜਾ ਸਕਦੀ ਹੈ, ਪਰ ਅਸਲ ਦੇ ਵਿੱਚ ਉਸ ਮੁੱਦੇ ਦੇ ਉੱਪਰ ਗੱਲ ਤਾਂ ਠੁਕਰਾਈ ਨਹੀਂ ਨਾ ਜਾ ਸਕਦੀ, ਉਸ ਮਸਲੇ ਨੂੰ ਤਾਂ ਅੱਖੋਂ ਪਰੋਖੇ ਨਹੀਂ ਨਾ ਕੀਤਾ ਜਾ ਸਕਦਾ। ਸੋ ਸਭ ਤੋਂ ਵੱਡੀ ਗੱਲ ਤਾਂ ਉਹਨਾਂ ਨੇ ਕੱਲ ਵੀ ਜਿਹੜਾ ਹੈਗਾ ਉੱਥੇ ਮਤਲਬ ਜਿਹੜੇ ਸਾਥੀ ਬਾਹਰ ਵੀ ਖੜੇ ਸੀਗੇ, ਕਾਫੀ ਲੋਕ, ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੈ ਤੇ ਲੋਕਾਂ ਦਾ ਇਤਰਾਜ਼ ਹੈ ਕਿ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਇਹ ਐ ਕਿਉਂ ਮਤਲਬ ਇਹਨਾਂ ਤੇ ਕੰਟੈਂਪਟ ਲਗਾ ਕੇ ਜਾਂ ਕੋਈ ਹੋਰ ਮਤਲਬ ਇਸ ਤਰ੍ਹਾਂ ਦੇ ਫੋਰਸਫੁਲੀ ਇਹਨਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਹੈ। ਠੀਕ ਹੈ, ਕੋਈ ਉਹਨਾਂ ਨੂੰ ਨੋਟਿਸ ਕੱਢੋ, ਪ੍ਰਕਿਰਿਆ ਦੇ ਵਿੱਚ ਤਾਂ ਬਹੁਤ ਕੁਝ ਹੈ। ਹੁਣ ਕੱਲ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਡਿਊ ਕੋਰਸ ਜਿਹੜਾ ਹੈਗਾ ਉਹ ਤਾਂ ਇਹ ਕਹਿੰਦਾ ਹੈ ਕਿ ਪਹਿਲਾਂ ਮਤਲਬ ਇਹ ਗੱਲ ਸਿੱਧ ਕੀਤੀ ਜਾਵੇ ਕਿ ਉਹਨਾਂ ਦੁਆਰਾ ਕੀਤੇ ਗਏ ਸਾਰੇ ਐਕਟ ਜਿਹੜੇ ਹੈ ਉਹ ਕਿਸ ਤਰੀਕੇ ਦੇ ਨਾਲ ਇੱਕ ਜੁਡੀਸ਼ੀਅਲ ਜਿਹੜਾ ਸਾਡਾ ਸਿਸਟਮ ਹੈ ਜਾਂ ਉਹਦੀ ਮਾਣ ਮਰਿਆਦਾ ਹੈ ਉਹਨੂੰ ਕਿਸ ਤਰੀਕੇ ਨਾਲ, ਕਿਸ ਲੈਵਲ ਤੱਕ, ਕਿਸ ਐਕਸਟੈਂਟ ਤੱਕ ਉਹਨੂੰ ਡੈਮੇਜ ਕਰਦਾ ਹੈ, ਤਾਂ ਉਸ ਤੋਂ ਬਾਅਦ ਹੀ ਉਹਦੇ ਵਾਸਤੇ ਪਨਿਸ਼ ਕੀਤਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਨਾਲ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਅਰੈਸਟ ਕਰਨਾ ਔਰ ਉਸ ਤੋਂ ਬਾਅਦ ਮਤਲਬ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਲੱਗੀ। ਚਲੋ ਉਹ ਤਾਂ ਤਿਆਰ ਹੀ ਸੀਗੇ, ਉਹ ਤਾਂ ਉਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਵੀਡੀਓਜ਼ ਦੇਖੋ, ਉਹ ਬੜੀ ਵਾਰੀ ਕਹਿ ਚੁੱਕੇ ਹੈ ਕਿ ਮਤਲਬ ਮੈਨੂੰ ਤਾਂ ਮਤਲਬ ਜਿਹੜਾ ਹੈਗਾ ਵੀ ਉਹ ਤਾਂ ਇਸ ਤੋਂ ਹੋਰ ਅੱਗੇ ਦੇ ਖਦਸ਼ੇ ਵੀ ਬਹੁਤ ਜ਼ਾਹਰ ਕਰ ਚੁੱਕੇ ਹੈ ਕਿ ਸ਼ਾਇਦ ਮੈਨੂੰ ਕੋਈ ਐਲੀਮੀਨੇਟ ਹੀ ਕਰਵਾ ਦਿੱਤਾ ਜਾਵੇ ਜਾਂ ਕੋਈ ਹੋਰ, ਔਰ ਅਜਿਹਾ ਕੁਝ ਜਿਹੜੀਆਂ ਅਜਿਹੀਆਂ ਗੱਲਾਂ ਵੀ ਹੈ ਇਹ ਵੀ ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਕਿਉਂ ਕਰਨੀਆਂ ਪੈਂਦੀਆਂ, ਕਿਉਂਕਿ ਸਾਡੇ ਸਮਾਜ ਦੇ ਵਿੱਚ ਹਿਸਟਰੀ ਦੇ ਵਿੱਚ ਇਦਾਂ ਦੇ ਵਰਤਾਰੇ ਸਾਨੂੰ ਕਾਮਨ ਮਿਲੇ ਨੇ। ਪਿਛਲੇ ਸਮਿਆਂ ਦੇ ਵਿੱਚ ਅਜਿਹਾ ਕੁਝ ਬਹੁਤ ਹੁੰਦਾ ਦੇਖਿਆ ਹੈ ਅਸੀਂ, ਮਤਲਬ ਕੱਲੇ ਪੰਜਾਬ ਦੀ ਗੱਲ ਨਾ ਕਰੀਏ, ਪੂਰੇ ਹਿੰਦੁਸਤਾਨ ਦੇ ਵਿੱਚ ਆ ਜਿਹੜੀ ਹੁਣ ਇੱਕ BBC ਦੀ ਡਾਕੂਮੈਂਟਰੀ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ, ਤਾਂ ਅਜਿਹਾ ਕੁਝ ਜਿਹੜਾ ਹੈਗਾ ਇਹ ਅਕਸਰ ਮਤਲਬ ਜਿਹੜਾ ਹਿੰਦੁਸਤਾਨੀ ਸਮਾਜ ਔਰ ਖਾਸ ਤੌਰ ਤੇ ਪੰਜਾਬ ਜਿਹੜਾ ਹੈ ਉਹ ਮਤਲਬ ਪਿਛਲੇ ਲੰਬੇ ਸਮੇਂ ਤੋਂ ਅਜਿਹੀਆਂ ਗੱਲਾਂ ਦੀਆਂ ਉਦਾਹਰਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਅੱਗੇ ਬਾਰ-ਬਾਰ ਆਉਂਦੀਆਂ ਨੇ, ਔਰ ਇਹ ਖਦਸ਼ੇ ਮਤਲਬ ਜਿਹੜੇ ਜ਼ਾਹਰ ਕੀਤੇ ਜਾ ਰਹੇ ਆ ਇਹਨਾਂ ਦੇ ਵਿੱਚ ਕੋਈ ਅਤਕਥਨੀ ਨਹੀਂ, ਕੋਈ ਗਲਤ ਨਹੀਂ। ਸੋ ਹੁਣ ਇਸ ਤੋਂ ਅੱਗੇ ਗੱਲ ਚੱਲੇਗੀ ਕਿ ਕੀ ਮਤਲਬ ਪੰਜਾਬ ਦੇ ਲੋਕ, ਪੰਜਾਬੀ ਲੋਕ ਜਿਹੜੇ ਇਸ ਪੀੜਾ ਨੂੰ ਝੱਲ ਰਹੇ ਨੇ, ਘਰ ਘਰ ਤੱਕ ਪਹੁੰਚੀ ਹੋਈ ਹੈ ਗੱਲ ਸੁਖਵਿੰਦਰ। ਜੇ ਅਸੀਂ ਇੱਕ ਡਿਸਟੈਂਸ ਬਣਾ ਕੇ ਬੈਠੇ ਆ ਨਾ ਸਾਡੇ ਆਮ ਲੋਕਾਂ ਤੋਂ, ਸਾਡੇ ਪ੍ਰਬੰਧ ਦਾ ਇੱਕ ਦੂਰੀ ਬਣੀ ਹੋਈ ਹੈ, ਮੈਨੂੰ ਇਹ ਲੱਗ ਰਿਹਾ ਹੈ। ਕਿਉਂਕਿ ਹੁਣ ਦੇਖੋ ਮੇਰੇ ਕੋਲੇ ਦੂਰੀ ਦਾ ਕੀ ਪੈਰਾਮੀਟਰ ਹੈ ਮਾਪਣ ਦਾ, ਮੈਂ ਤੁਹਾਨੂੰ ਦੱਸਦਾ। ਮੈਂ ਦੂਰੀ ਇੱਥੋਂ ਮਾਪ ਰਿਹਾ ਕਿ ਪ੍ਰਬੰਧ ਦੇ ਵਿੱਚ ਤੇ ਲੋਕ ਪੀੜਾਗ੍ਰਸਤ ਲੋਕਾਂ ਦੇ ਵਿੱਚ ਦੂਰੀ ਜਿਹੜੀ ਹੈ ਉਹ ਕਿੱਥੋਂ ਦਿਸਦੀ ਹੈ ਸਾਨੂੰ ਕਿ ਉਹ ਦੂਰੀ ਹੈ? ਉਹ ਦੂਰੀ ਇੱਥੋਂ ਦਿਸਦੀ ਹੈ ਸੁਖਵਿੰਦਰ ਕਿ ਜਿਹੜਾ ਜੋ ਕੁਝ ਅਜਿਹਾ ਵਾਪਰਦਾ, ਮੰਨ ਲਓ ਇੱਕ ਪਿੰਡ ਦੇ ਵਿੱਚ ਮਤਲਬ 2 ਜਾਂ 3 ਬੱਚਿਆਂ ਦੀ ਇਸ ਗੱਲ ਇਹਨਾਂ ਕਾਰਨਾਂ ਕਰਕੇ ਮੌਤ ਹੋ ਚੁੱਕੀ ਹੈ, ਠੀਕ ਹੈ। ਹੁਣ ਸਾਨੂੰ ਕਿਤੇ ਵੀ ਪ੍ਰਬੰਧ ਜਿਹੜਾ ਹੈਗਾ ਉੱਥੇ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਮਤਲਬ ਉਸ ਦਰਦ ਨੂੰ ਘਟਾਉਣ ਵਾਸਤੇ ਕੋਈ ਸਾਡੀਆਂ ਕੋਈ ਗਤੀਵਿਧੀਆਂ ਨਜ਼ਰ ਆਉਂਦੀਆਂ ਹੋਣ, ਕੋਈ ਸਾਡੀ ਮਤਲਬ ਕਿਰਿਆਸ਼ੀਲਤਾ ਦਿਸਦੀ ਹੋਵੇ, ਠੀਕ ਹੈ, ਕੋਈ ਪ੍ਰਬੰਧ ਉੱਥੇ ਹਮਦਰਦੀ ਲੈ ਕੇ ਪਹੁੰਚ ਰਿਹਾ ਹੋਵੇ, ਕੋਈ ਹੋਰ ਕਿਤੇ ਨਾ, ਇਸ ਤਰ੍ਹਾਂ ਦਾ ਕੁਝ ਵੀ ਨਜ਼ਰ ਨਹੀਂ ਆਉਂਦਾ। ਸੋ ਦੂਸਰੀ ਗੱਲ ਮਤਲਬ ਇੱਕ ਦੂਰੀ ਦਾ ਹੋਰ ਪੈਰਾਮੀਟਰ ਹੈ ਵੇਖਣ ਵਾਲਾ, ਉਹ ਪੈਰਾਮੀਟਰ ਇਹ ਹੈ ਕਿ ਮਤਲਬ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਵੋਟਾਂ ਦਾ ਸੀਜ਼ਨ ਹੁੰਦਾ ਹੈ ਇਹਨਾਂ ਨੂੰ ਬੜਾ ਦਰਦ ਹੁੰਦਾ, ਬਹੁਤ ਪੀੜ ਹੁੰਦੀ ਹੈ ਇਹਨਾਂ ਨੂੰ, ਨਸ਼ੇ ਦੇ ਨਾਲ ਜਾਨਾਂ ਗਵਾ ਰਹੇ ਬੱਚਿਆਂ ਦਾ, ਉਹਨਾਂ ਦੇ ਪੇਰੈਂਟਸ ਦਾ, ਉਹਨਾਂ ਪਿੰਡਾਂ ਦਾ ਬੜਾ ਜ਼ਿਕਰ ਕਰਦੇ ਨੇ, ਬੜਾ ਫਿਕਰ ਕਰਦੇ ਨੇ।
ਪਿਛਲੀ ਵਾਰੀ ਵੀ ਅਸੀਂ ਦੇਖਿਆ, ਇਸ ਵਾਰੀ ਵੀ ਦੇਖਿਆ, ਔਰ ਉਸ ਤੋਂ ਪਿਛਲੀ ਵਾਰੀ ਵੀ ਸੀਗਾ। ਠੀਕ ਹੈ, ਈਵਨ ਕਾਂਗਰਸ ਪਾਰਟੀ ਦੇ ਨੈਸ਼ਨਲ ਲੀਡਰ ਵੀ ਜਿਹੜੇ ਆ ਕੇ ਉਹ ਇੱਕ ਡਾਟਾ ਹੀ ਦੇ ਦਿੰਦੇ ਆ, ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਦੇਖਿਆ ਹੋਣਾ ਕਿ ਇੰਨੇ % ਪੰਜਾਬੀ ਨਸ਼ੇੜੀ ਹੋ ਚੁੱਕੇ। ਚਲੋ ਭਾਈ ਡਾਟੇ ਦੇ ਵਿੱਚ ਕੋਈ 2-4% ਦਾ ਫਰਕ ਹੋਊਗਾ, ਪਰ ਤੁਹਾਨੂੰ ਇਹ ਜਿਹੜੀ ਚਿੰਤਾ ਹੈ, ਉਹ ਸਾਨੂੰ ਇਹ ਚਿੰਤਾ ਤੁਹਾਨੂੰ ਕਿੰਨੀ ਕੁ ਚਿੰਤਾ ਹੋਈ ਹੈ? ਤੁਸੀਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ 5 ਸਾਲ ਰਾਜ ਕਰਦੇ ਹੋ, ਔਰ ਉਹਨਾਂ ਦੇ ਦੌਰਾਨ ਜਿਹੜੀਆਂ ਇਹੋ ਜਿਹੀਆਂ ਉਦਾਹਰਨਾਂ ਸਾਹਮਣੇ ਨੇ ਕਿ ਜੇਕਰ ਤੁਹਾਡੇ ਹੀ ਸਿਸਟਮ ਦੇ ਕੁਝ ਲੋਕ ਉਹਦੇ ਤੇ ਕੰਮ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਬਦਲ ਦਿੰਦੇ ਹੋ, ਉਹਨਾਂ ਨੂੰ ਕਦੇ ਇਧਰੋਂ ਟਰਾਂਸਫਰ ਕਰਦੇ ਹੋ, ਉਧਰੋਂ ਟਰਾਂਸਫਰ ਕਰਦੇ ਹੋ। ਤੁਹਾਡੇ ਮਤਲਬ ਉਹ ਮੁੱਖ ਅਹੁਦਿਆਂ ਦੇ ਉੱਤੇ, DGP ਲੈਵਲ ਤੱਕ ਦੇ ਅਹੁਦਿਆਂ ਦੇ ਉੱਪਰ ਉੱਥੇ ਸਿਆਸਤ ਦੇ ਦਬਾਅ ਤੇ ਸਿਆਸਤਬਾਜ਼ੀ ਹੁੰਦੀ ਨਜ਼ਰ ਆਉਂਦੀ ਹੈ। ਠੀਕ ਹੈ, ਤੇ ਤੁਹਾਡੀ ਉਹ ਚਿੰਤਾ ਕਿੱਥੇ ਚਲੀ ਜਾਂਦੀ ਹੈ? ਉਹ ਚਿੰਤਾ ਕਿਉਂ ਨਹੀਂ ਹੈ? ਔਰ ਕਿਉਂ ਨਾ ਮੈਂ ਕਹਾਂ ਕਿ ਪੀੜਾਗ੍ਰਸਤ ਲੋਕਾਂ ਦੀ ਤੇ ਪ੍ਰਬੰਧ ਦੀ ਆਪਸੀ ਦੂਰੀ ਜਿਹੜੀ ਹੈ ਉਹ ਬਹੁਤ ਬਣ ਗਈ। ਸੋ ਜਦੋਂ ਪੀੜਾਗ੍ਰਸਤ ਲੋਕਾਂ ਦੀ ਦੂਰੀ ਜਿਹੜੀ ਹੈ ਉਹ ਸੁਖਵਿੰਦਰ ਬਣੂਗੀ ਤਾਂ ਉਹਦੇ ਵਿੱਚ ਸਲੋਗਨਸ ਜਿਹੜੇ ਹੈਗੇ ਆ, ਜਿਹੜੇ ਇਤਰਾਜ਼ ਕਰਨ ਵਾਲੇ ਮਤਲਬ ਜਿਹੜੇ ਸ਼ਬਦ ਹੈ, ਜਿਹੜੇ ਸੈਂਟੈਂਸਸ ਹੈ, ਉਹ ਆਪਣੀ ਮਤਲਬ ਜਿਹੜੀ ਮਰਿਆਦਾ ਹੈ ਉਹ ਭੁੱਲਣੀ ਸ਼ੁਰੂ ਕਰ ਦਿੰਦੇ। ਇਹਨੂੰ ਤਾਂ ਬਲਕਿ ਮੈਂ ਤਾਂ ਇਹ ਸਮਝਦਾ ਹੈ ਕਿ ਇਹਨੂੰ ਸਾਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ ਹੈ, ਇਸ ਐਂਗਲ ਤੋਂ ਲੈਣਾ ਚਾਹੀਦਾ ਹੈ ਕਿ ਇਹ ਬਣੀ ਰਹੇ। ਇਹ ਥੋੜੀ ਬਹੁਤੀ ਇਸ ਗੱਲ ਦੇ ਨਾਲ ਵੀ ਜੇ ਅਸੀਂ ਹੱਲ ਦੇ ਵੱਲ ਤੁਰ ਪਈਏ ਤਾਂ ਇਦੋਂ ਅਗਲੀਆਂ ਪੈਦਾ ਹੋਣ ਵਾਲੀਆਂ ਸਥਿਤੀਆਂ ਤੋਂ ਅਸੀਂ ਬਚ ਸਕੀਏ। ਜੇ ਤਾਂ ਇਸ ਤਰ੍ਹਾਂ ਦੇ ਮਾਈਂਡ ਸੈਟ ਸਾਡਾ ਬਣੂਗਾ ਤਾਂ ਅਸੀਂ ਇਹਨੂੰ ਹੋਰ ਐਂਗਲ ਤੋਂ ਦੇਖਾਂਗੇ, ਤੇ ਜੇ ਨਹੀਂ ਤਾਂ ਭਾਈ ਫਿਰ ਬੰਦਿਆਂ ਨੂੰ ਮਤਲਬ ਅੰਦਰ ਕਰਨਾ ਜਿਹੜਾ ਹੈ ਜਾਂ ਕਿਸੇ ਤੇ ਕੰਟੈਂਪਟਾਂ ਲਗਾ ਦੇਣੀਆਂ। ਮੈਨੂੰ ਤਾਂ ਲੱਗਦਾ ਨਹੀਂ ਵੀ ਕਿਹੜੇ ਸਿਆਣੇ ਲੋਕ ਆ ਉਹ ਜਿਹੜੇ ਇਹ ਸਮਝ ਰਹੇ ਆ ਕਿ ਇਹ ਹੱਲ ਵੱਲ ਤੁਰ ਰਹੇ ਆ। ਅਸੀਂ ਇਹ ਹੱਲ ਵੱਲ ਤਾਂ ਨਹੀਂ ਜਾ ਰਹੇ। ਡਾਕਟਰ ਸਾਹਿਬ, ਜਦੋਂ ਇਹ ਸਾਰੇ ਮਾਮਲੇ ਨਸ਼ਿਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਨੇ, ਮਾਣਯੋਗ ਹਾਈ ਕੋਰਟ ਦੇ ਵਿੱਚ ਨੇ, ਤਰੀਕਾਂ ਪੈਂਦੀਆਂ ਨੇ, ਉੱਥੇ ਪੱਖ ਰੱਖੇ ਜਾਂਦੇ ਨੇ, ਜਿਹੜੇ ਜਿਨ੍ਹਾਂ ਉੱਤੇ ਇਲਜ਼ਾਮ ਲੱਗਦੇ ਨੇ ਮੁਲਜ਼ਮ ਪੱਖ ਵੱਲੋਂ ਵੀ, ਤੇ ਸਰਕਾਰ ਵੀ ਆਪਣਾ ਉੱਥੇ ਪੱਖ ਰੱਖਦੀ ਹੈ। ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਪਿਛਲੇ ਇੱਕ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਹੇ ਨੇ ਤੇ ਆਪੋ ਆਪਣੇ ਪੱਖ ਉੱਥੇ ਰੱਖੇ ਜਾਂਦੇ ਨੇ। ਸਰਕਾਰ ਵੱਲੋਂ ਆਪਣੇ ਪੱਧਰ ਤੇ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਮੈਂ ਗੱਲ ਕਰਦਾ, ਕਿ ਉਹ ਆਪਣੇ ਪੱਧਰ ਦੇ ਉੱਤੇ ਜਿਸ ਤਰੀਕੇ ਦੀ ਚਾਰਾਜੋਈ ਕਰ ਰਹੇ ਨੇ, ਛਾਪੇ ਵੱਜ ਰਹੇ ਨੇ, ਪੁਲਿਸ ਕਰ ਰਹੀ ਹੈ, ਅਰੈਸਟ ਪਾ ਰਹੀ ਹੈ, ਡਰੱਗ ਮਨੀ ਫੜ ਰਹੀ ਹੈ, ਉਹ ਸਾਰਾ ਕੁਝ ਚੱਲ ਰਿਹਾ, ਕਾਨੂੰਨ ਆਪਣੇ ਮੁਤਾਬਕ ਕੰਮ ਕਰ ਰਿਹਾ, ਤਾਂ ਫਿਰ ਇਹ ਇੱਕ ਵੱਖਰਾ ਰਾਹ ਨਹੀਂ ਤੁਹਾਨੂੰ ਲੱਗਦਾ ਕਿ ਸਾਨੂੰ ਕੀ ਕਾਨੂੰਨ ਦੇ ਉੱਤੇ ਕੋਈ ਭਰੋਸਾ ਨਹੀਂ, ਜਾਂ ਅਸੀਂ ਜਦੋਂ ਜੁਡੀਸ਼ਰੀ ਦੇ ਉੱਤੇ ਇਸ ਤਰੀਕੇ ਨਾਲ ਸਵਾਲ ਚੁੱਕਦੇ ਹਾਂ ਤਾਂ ਫਿਰ ਅਸੀਂ ਉਮੀਦ ਕਿੱਥੋਂ ਰੱਖਦੇ ਹਾਂ ਕਿ ਸਾਨੂੰ ਹੋਰ ਕਿਹੜਾ ਰਾਹ ਅਪਣਾਉਣਾ ਚਾਹੀਦਾ, ਬਜਾਏ ਇਸ ਦੇ ਕਿ ਅਸੀਂ ਆਪਣੀ ਗੱਲ ਜਾ ਕੇ ਉੱਥੇ ਆਪਣੀ ਅਪੀਲ ਦੇ ਜ਼ਰੀਏ ਉੱਥੇ ਗੱਲ ਰੱਖ ਸਕਦੇ ਆ, ਉੱਥੇ ਮਤਲਬ ਕਿ ਆਪਣਾ ਪੱਖ ਰੱਖ ਸਕਦੇ ਆ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਇਹ ਨਾਮ ਨੇ, ਇਹ ਲੋਕ ਨੇ, ਇਹਨਾਂ ਨੂੰ ਫੜਿਆ ਜਾਵੇ। ਅਸੀਂ ਇੱਕ ਅਗਰੈਸਿਵ ਹੋ ਕੇ ਉਹਦੇ ਉੱਤੇ ਹਮਲਾਵਰ ਤਰੀਕੇ ਦੇ ਨਾਲ ਹਰ ਕਿਸੇ ਨੂੰ ਨੰਗਾ ਕਰਨ ਦੀ ਗੱਲ ਕਰਦੇ ਆ, ਜਾਂ ਸਾਨੂੰ ਏਦਾਂ ਲੱਗਦਾ ਹੈ ਕਿ ਅਸੀਂ ਉਸ ਮਾਮਲੇ 'ਚ ਬਿਲਕੁਲ ਸਹੀ ਪੈਂਤੜਾ ਅਪਣਾ ਰਹੇ ਆ ਤੇ ਜਿਹੜਾ ਸਾਡੇ ਸਾਹਮਣੇ ਵਾਲਾ ਉਹ ਗਲਤ ਪੈਂਤੜਾ ਅਪਣਾ ਰਿਹਾ। ਮੈਂ ਜਦੋਂ ਸਰਕਾਰ ਦੇ ਪੱਧਰ ਦੀ ਜਾਂ ਜੁਡੀਸ਼ਰੀ ਪੱਧਰ ਦੀ ਗੱਲ ਕਰਦਾ ਕਿ ਸਾਰਾ ਕੁਝ ਕੋਰਟਾਂ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਕਹਿ ਦਿੰਦੇ ਨੇ ਕਿ ਇਹਨੂੰ ਸਮਾਂ ਲੱਗੇਗਾ, ਸਭ ਕੁਝ ਸਾਹਮਣੇ ਆਵੇਗਾ। ਜੀ ਸੁਖਵਿੰਦਰ, ਬਿਲਕੁਲ ਵਾਜਬ ਗੱਲ ਹੈ ਇਹ ਤੁਹਾਡੀ, ਔਰ ਇਹ ਬਹੁਤ ਵੱਡਾ ਹਿੱਸਾ ਸਾਡੇ ਸਮਾਜ ਦਾ ਜਿਹੜਾ ਹੈ ਉਹ ਇਹਨਾਂ ਗੱਲਾਂ ਦੇ, ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਦੇ ਦੌਰਾਨ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਮਾਈਂਡ ਸੈਟ ਦੇ ਵਿੱਚੋਂ ਗੁਜ਼ਰਦਾ ਹੈ, ਇਸ ਤਰ੍ਹਾਂ ਦੀ ਸੋਚ ਦੇ ਵਿੱਚੋਂ ਗੁਜ਼ਰਦਾ ਹੈ ਕਿ ਯਾਰ ਇਹ ਕੀ ਹੋ ਕੀ ਰਿਹਾ ਹੈ। ਅਕਸਰ ਪ੍ਰਬੰਧ ਆਪਣਾ ਕੰਮ ਕਰਦਾ ਵੀ ਤਾਂ ਸਾਨੂੰ ਦਿਖਦਾ ਹੈ। ਠੀਕ ਹੈ, ਹਰ ਰੋਜ਼ ਅਖਬਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੀ ਫਲਾਣੀ ਜਗ੍ਹਾ ਤੋਂ ਇੰਨਾ ਨਸ਼ਾ ਫੜ ਲਿਆ, ਫਲਾਣੀ ਜਗ੍ਹਾ ਤੋਂ ਇੰਨਾ ਨਸ਼ਾ ਫੜ ਲਿਆ। ਠੀਕ ਹੈ, ਸਾਨੂੰ ਏਦਾਂ ਕਿਤੇ ਨਾ ਕਿਤੇ ਲੱਗਦਾ ਹੈ, ਸ਼ੱਕ ਪੈਂਦਾ ਹੈ ਕਿ ਪ੍ਰਬੰਧ ਸਾਡਾ ਜਿਹੜਾ ਹੈਗਾ ਇਸ ਸਮੱਸਿਆ ਦੇ ਉੱਤੇ ਕੰਮ ਕਰ ਰਿਹਾ। ਪਰ ਸੁਖਵਿੰਦਰ, ਇਹਦਾ ਅਧਿਐਨ ਕਦੋਂ ਕੀਤਾ ਜਾਂਦਾ ਹੈ? ਇਹਦੀ ਜਿਹੜੀ ਇਹਦੀ ਫਾਈਨਲ ਤਸਵੀਰ ਹੈ ਉਹ ਕਿਹੜੀਆਂ ਗੱਲਾਂ ਤੋਂ, ਕਿਹੜੇ ਪੈਰਾਮੀਟਰ ਤੋਂ ਘੜੀ ਜਾਊਗੀ, ਕਿੱਥੋਂ ਦਿਸੂਗੀ? ਆਮ ਲੋਕਾਂ ਨੇ, ਜਿਹੜੇ ਲੋਕ ਪੀੜਾਗ੍ਰਸਤ ਲੋਕ ਨੇ, ਉਹਨਾਂ ਦੀ ਤਸੱਲੀ ਜਿਹੜੀ ਹੈ ਉਹ ਕਿਹੜੀਆਂ ਗੱਲਾਂ ਤੋਂ ਹੋਊਗੀ? ਇਹ ਵੀ ਤਾਂ ਸਾਨੂੰ ਵਿਚਾਰਨਾ ਪਊਗਾ। ਇੱਕ ਮੈਂ ਛੋਟੀ ਜੀ ਅੱਜ ਗੱਲ ਕਰਾਂ ਤੁਹਾਡੇ ਨਾਲ ਕਿ ਮੇਰੇ ਕੋਲ ਐਗਜ਼ੈਕਟ ਡਾਟਾ ਤਾਂ ਨਹੀਂ ਹੈਗਾ, ਪਰ ਮੈਂ ਮੋਟੀ ਜੀ ਗੱਲ ਕਰ ਲਈਏ ਆਪਣੀ ਇੱਕ ਜਾਣਕਾਰੀ 'ਚ ਵਾਧਾ ਕਰਨ ਵਾਸਤੇ, ਜਾਂ ਅਜਿਹੀਆਂ ਸਿਚੁਏਸ਼ਨਸ ਦੇ ਵਿੱਚ ਆਪਾਂ ਨੂੰ ਕਿਸ ਐਂਗਲ ਤੋਂ ਦੇਖਣੀਆਂ ਚਾਹੀਦੀਆਂ ਨੇ, ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਮੈਂ ਇੱਕ ਗੱਲ ਕਰਦਾ
ਕਿ ਪੂਰੇ ਪੰਜਾਬ ਦੇ ਵਿੱਚ ਛੋਟੀਆਂ ਮੋਟੀਆਂ ਸਾਰੀਆਂ 23 ਜ਼ਿਲ੍ਹੇ ਨੇ, ਪੰਜਾਬ ਹਰਿਆਣਾ ਹਾਈ ਕੋਰਟ ਹੈ, ਔਰ ਉਸ ਤੋਂ ਥੱਲੇ ਡਿਸਟ੍ਰਿਕਟ ਲੈਵਲ ਤੋਂ ਥੱਲੇ ਵੀ ਕੋਰਟਸ ਹੁੰਦੀਆਂ ਨੇ, ਠੀਕ ਹੈ, ਤਹਿਸੀਲ ਪੱਧਰ ਤੇ ਹੈਗੀਆਂ ਨੇ। ਔਰ ਉਹਨਾਂ ਦੇ ਵਿੱਚ ਮੈਂ ਜੇ ਜ਼ਿਆਦਾ ਫਰਕ ਨਾ ਹੋਵੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਜੱਜ ਸਾਹਿਬਾਨ ਹੋਣਗੇ, ਔਰ ਉਹਨਾਂ ਦੇ ਆਲੇ ਦਾਲੇ ਕਈ ਹਜ਼ਾਰਾਂ ਦੀ ਗਿਣਤੀ 'ਚ 10,000 ਤੋਂ ਉੱਤੇ ਤਾਂ ਹੋਣਗੇ ਹੀ, ਮੇਰਾ ਖਿਆਲ ਹੈ, ਪ੍ਰੈਕਟਿਸ ਕਰਦੇ ਹੋਏ ਐਡਵੋਕੇਟਸ ਹੋਣਗੇ। ਹਫ਼ਤੇ ਦੇ ਵਿੱਚੋਂ 5 ਦਿਨ ਤਾਂ ਅਦਾਲਤਾਂ ਖੁੱਲਦੀਆਂ ਹੀ, ਔਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲਦੀਆਂ ਨੇ। 10 ਵਜੇ ਤੋਂ ਲੈ ਕੇ 5 ਵਜੇ ਤੱਕ ਏਡਾ ਵੱਡਾ ਅਮਲਾ ਲਗਾਤਾਰ ਉਸੇ ਮਰਿਆਦਾ ਦੀ ਭਾਸ਼ਾ 'ਚ ਹੀ ਗੱਲ ਕਰਦਾ। ਇਹ ਤਾਂ ਕੱਲੀ ਬਲਵਿੰਦਰ ਸੇਖੋਂ ਦੀ ਉਦਾਹਰਣ ਹੀ ਹੈ। ਉਸ ਮਰਿਆਦਾ ਦੀ ਭਾਸ਼ਾ 'ਚ ਹੀ ਗੱਲ ਹੋ ਰਹੀ ਹੈ ਜਿੰਨੀ ਹੋ ਰਹੀ ਹੈ, ਔਰ ਸਾਲਾਂ ਬੱਧੀ ਤੋਂ ਚੱਲ ਰਹੀ ਹੈ। ਤਾਂ ਫਿਰ ਮਤਲਬ ਜੇਕਰ ਉੱਥੇ ਸਭ ਕੁਝ ਠੀਕ ਹੋ ਰਿਹਾ ਸੀ, ਜੇ ਉੱਥੇ ਸਭ ਕੁਝ ਸਾਨੂੰ ਮਰਿਆਦਾ ਦੀ, ਉਸ ਮਰਿਆਦਾ ਦੇ ਵਿੱਚ ਰਹਿ ਕੇ ਹੀ ਸਾਰਾ ਕੰਮ ਚੱਲ ਰਿਹਾ ਸੀ, ਫਿਰ ਸਾਡੇ ਤੋਂ ਡਿਲੀਵਰ ਕਿਉਂ ਨਹੀਂ ਹੋਇਆ? ਕਿਤੇ ਨਾ ਕਿਤੇ ਸਾਨੂੰ ਸਵਾਲ ਤਾਂ ਇਹ ਸੋਚਣਾ ਪਊਗਾ। ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਜੇ ਡਿਲੀਵਰ ਨਹੀਂ ਹੋਇਆ ਤਾਂ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਪੈਨਿਕ ਹੋ ਜਾਣਾ ਚਾਹੀਦਾ ਹੈ ਜਾਂ ਕੋਈ ਹੋਰ ਹੋ ਜਾਣਾ ਚਾਹੀਦਾ ਹੈ, ਪਰ ਇਹ ਸਿਚੁਏਸ਼ਨਸ ਕ੍ਰੀਏਟ ਕਿੱਥੋਂ ਹੋ ਰਹੀ, ਇਸ ਗੱਲ ਵੱਲ ਤਾਂ ਦੇਖਣਾ ਪਊਗਾ ਸਾਨੂੰ। ਕੌਣ ਦੇਖੂਗਾ? ਜੇ ਅਸੀਂ ਨਹੀਂ ਦੇਖਾਂਗੇ, ਜੇ ਅਸੀਂ ਨਹੀਂ ਸੋਚਾਂਗੇ, ਅਸੀਂ ਇਸ ਤਰ੍ਹਾਂ ਦੇ ਅਧਿਐਨ ਨਹੀਂ ਕਰਾਂਗੇ। ਮੈਂ ਇਹੀ ਗੱਲ ਮੈਂ ਜਿਸ ਤਰ੍ਹਾਂ ਆਪਾਂ ਕੀਤੀ ਹੈ ਕਿ ਅਸੀਂ ਇਸ ਗੱਲ ਦਾ ਸ਼ੰਕਾ ਨਾ ਕਰੀਏ ਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਉਹ ਆਪਣੀ ਸਵੈ ਪੜਚੋਲ ਦੇ ਵਾਸਤੇ ਪੂਰੀ ਤਰ੍ਹਾਂ ਹੀ ਕੋਈ ਨਾਕਾਮ ਹੋਏਗਾ, ਉਹ ਕਰ ਵੀ ਰਿਹਾ ਹੋਏਗਾ। ਪਰ ਉਸ ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਕਿ ਗੱਡੀ ਠੀਕ ਕਰਾਉਣ ਆਏ ਬੰਦੇ ਨੇ ਤਾਂ ਮਕੈਨਿਕ ਦੀ ਵੈਲ ਜਿਹੜੀ ਹੈ ਜਾਂ ਉਹਦੀ ਭੱਜ ਨਸ ਜਾਂ ਉਹਦੀ ਮਿਹਨਤ ਜਿਹੜੀ ਹੈ ਉਹਦੇ ਨਾਲ ਗੱਲ ਨਹੀਂ ਬਣਦੀ। ਅਕਸਰ ਤਾਂ ਗੱਡੀ ਜੇ ਰੋਡ ਤੇ ਚੱਲਣ ਜੋਗੀ ਕਰਕੇ ਦੇਊਗਾ ਉਹਨੂੰ ਤਾਂ ਗੱਲ ਤਾਂ ਉਦੋਂ ਹੀ ਬਣਨੀ ਹੈ, ਉਹਦੇ ਫਾਲਟਸ ਦੂਰ ਹੋਣਗੇ, ਠੀਕ ਹੈ, ਉਹ ਗੱਡੀ ਚੱਲਣ ਯੋਗ ਬਣੇ। ਸੋ ਇਹ ਕਿਤੇ ਨਾ ਕਿਤੇ ਸੁਖਵਿੰਦਰ ਜਿਹੜਾ ਹੈਗਾ, ਜੇਕਰ ਇਹਨਾਂ ਚੀਜ਼ਾਂ ਦੇ ਉੱਪਰ ਐਡਾ ਵੱਡਾ ਲੰਬਾ ਸਮਾਂ ਏਦਾਂ ਦੀਆਂ ਰਿਪੋਰਟਸ, ਏਦਾਂ ਦੇ ਹਾਲਾਤ, ਔਰ ਲਗਾਤਾਰ ਸਮਾਜ ਦੇ ਵਿੱਚ ਮਤਲਬ ਜਿਹੜਾ ਹੈਗਾ ਉਹ ਪੀੜਾ, ਉਹ ਦਰਦ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਤਾਂ ਇਹ ਕਿਤੇ ਨਾ ਕਿਤੇ ਜਿਹੜੀ ਨਿਰਾਸ਼ਤਾ ਪੈਦਾ, ਉਸ ਨਿਰਾਸ਼ਤਾ ਦੇ ਵਿੱਚੋਂ ਇਸ ਤਰ੍ਹਾਂ ਦੇ ਨਿਕਲਦੇ ਨੇ ਸਰੋਤ। ਜੀ ਜੀ ਤੁਸੀਂ ਕੁਝ ਇਹ ਵੀ ਤਾਂ ਹੈ ਨਾ ਕਿ ਜਦੋਂ ਗੱਲ ਨਾਰਕੋ ਟੈਰਰਿਜ਼ਮ ਦੀ ਤੁਰਦੀ ਹੈ ਕਿ ਇਹ ਇਕੱਲਾ ਭਾਰਤ ਦਾ ਜਾਂ ਪੰਜਾਬ ਦਾ ਮੁੱਦਾ ਨਹੀਂ, ਦੁਨੀਆ ਭਰ ਦੇ ਵਿੱਚ ਨਸ਼ੇ ਇਸੇ ਤਰੀਕੇ ਨਾਲ ਫੈਲ ਰਹੇ ਨੇ। ਉਹ ਆਵਾਜ਼ ਉਸ ਤਰੀਕੇ ਨਾਲ ਕਿਉਂ ਨਹੀਂ ਰੱਖੀ ਜਾਂਦੀ, ਬਜਾਏ ਇਸ ਦੇ ਕਿ ਅਸੀਂ ਇੱਕ ਪਾਸੇ ਵੱਲ ਨੂੰ ਟਾਰਗੇਟ ਹੋ ਕੇ ਤੁਰੀਏ। ਸਾਡੇ ਕੋਲੇ BSF ਆ, 50 ਕਿਲੋਮੀਟਰ ਦਾ ਦਾਇਰਾ ਉਹਨਾਂ ਕੋਲ ਹੈ, ਕੇਂਦਰੀ ਏਜੰਸੀਆਂ ਨਜ਼ਰ ਰੱਖਦੀਆਂ ਨੇ ਬਾਰਡਰ ਤੇ। ਇਹਦੇ ਬਾਵਜੂਦ ਵੀ ਉਹ ਚਿੱਟਾ ਉਧਰੋਂ ਘੁੰਮ ਕੇ ਜਾਂ ਹਥਿਆਰ, ਉਹ ਸਾਰਾ ਕੁਝ ਉਧਰਲੇ ਪਾਸਿਓਂ ਸਪਲਾਈ ਹੁੰਦਾ ਜਾਂ ਇਧਰੋਂ ਕਹਿੰਦੇ ਗੁਜਰਾਤ ਜਾਂ ਦਿੱਲੀ ਵਾਲੇ ਪਾਸਿਓਂ ਆ ਜਾਂਦਾ। ਜਿਸ ਵੀ ਢੰਗ ਦੇ ਨਾਲ ਇਹ ਸਾਰੀ ਚੇਨ ਚੱਲ ਰਹੀ ਹੈ, ਜਿਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਆਰ ਦਾ ਜਾਂ ਪਾਰ ਦਾ ਨਸ਼ਾ ਚਾਹੀਦਾ ਹੈ, ਜਿਹੜਾ ਇੱਥੇ ਬਣਦਾ ਫੈਕਟਰੀਆਂ ਦੇ ਵਿੱਚ, ਜਾਂ ਕਹਿ ਦਿੱਤਾ ਜਾਂਦਾ ਹੈ ਕਿ ਉਹ ਕੈਮੀਕਲ ਤਰੀਕੇ ਦੇ ਨਾਲ ਉਹ ਸਾਰਾ ਕੁਝ ਤਿਆਰ ਹੁੰਦਾ ਆ। ਤੇ ਉਸ ਪਾਸੇ ਵੱਲ ਨੂੰ ਕਿਉਂ ਨਹੀਂ ਅਸੀਂ ਤੁਰਦੇ? ਕਿਉਂਕਿ ਇਹ ਜਦੋਂ ਇਹ ਚਰਚਾ ਤੁਰਦੀ ਹੈ ਤਾਂ ਕਈ ਇਹ ਵੀ ਕਹਿ ਦਿੰਦੇ ਨੇ ਕਿ ਪੰਜਾਬ ਦੇ ਅੰਕੜੇ ਤਾਂ ਬੜੇ ਵਧਾ ਚੜਾ ਕੇ ਨਸ਼ਿਆਂ ਨੂੰ ਲੈ ਕੇ ਦੱਸੇ ਜਾਂਦੇ ਨੇ, ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਸੀਲਬੰਦ ਰਿਪੋਰਟ ਦੀ ਗੱਲ ਹੈ ਤਾਂ ਉਹ ਕਹਿੰਦੇ ਕਿ ਇਹਦੇ ਉੱਤੇ ਸਿਆਸਤ ਹੀ ਹੋ ਰਹੀ ਹੈ, ਹੋਰ ਕੁਝ ਨਹੀਂ ਹੋ ਰਿਹਾ। ਇਹ ਇੱਕ ਸਿਆਸੀ ਪਰਿਪੇਖ ਤੋਂ ਦੇਖਿਆ ਜਾ ਰਿਹਾ ਇਹਨੂੰ। ਬਿਲਕੁਲ ਇਹ ਸ਼ੱਕ ਸਾਡਾ ਜਿਹੜਾ ਹੈਗਾ ਸਭ ਦਾ ਇਹ ਹੋਣਾ ਵੀ ਚਾਹੀਦਾ। ਔਰ ਦੂਸਰਾ ਓਵਰਆਲ ਸਿਨੈਰੀਓ ਜਿਹੜਾ ਹੈਗਾ ਪੂਰੇ ਭਾਰਤ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਸ ਲੈਵਲ ਤੱਕ ਹੈ ਔਰ ਕਿਸ ਤਰ੍ਹਾਂ ਦਾ ਉਹਦਾ ਸਮਾਜ ਦੇ ਉੱਪਰ ਪ੍ਰਭਾਵ ਹੈ, ਉਹ ਗੱਲਾਂ ਵੀ ਸਾਨੂੰ ਮਤਲਬ ਐਜ਼ ਏ ਕਨਸਟੈਂਟ ਫੈਕਟਰ ਜਿਹੜਾ ਹੈਗਾ ਉਹ ਸਾਹਮਣੇ ਰੱਖਣੀਆਂ ਪੈਣਗੀਆਂ। ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਕੋਈ ਨਜ਼ਰ ਅੰਦਾਜ਼ ਹੀ ਕਰ ਦਿੱਤਾ ਜਾਵੇ, ਪਰ ਇੱਕ ਗੱਲ ਤਾਂ ਸੁਖਵਿੰਦਰ, ਜਵਾਬ ਜਿਹੜਾ ਹੈਗਾ ਇਹਨਾਂ ਗੱਲਾਂ ਦਾ, ਜਵਾਬ ਬੜੇ ਸੌਖੇ ਨੇ, ਬੜੇ ਸਿੰਪਲ ਨੇ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਨਸ਼ੇ ਦਾ ਜਿਹੜਾ ਮੁੱਦਾ ਹੈ, ਇਹਨੂੰ ਰਾਜਨੀਤੀ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਮਤਲਬ ਵਧਾ ਚੜਾ ਕੇ ਦੱਸਿਆ ਜਾਂਦਾ ਹੈ। ਸੁਖਵਿੰਦਰ, ਇਹ ਤਾਂ ਗੱਲ ਸਮਝਣੀ ਬਹੁਤ ਸੌਖੀ ਹੈ। ਇਹਦੇ ਵਾਸਤੇ ਤਾਂ ਕੋਈ ਵੱਡੀ ਏਜੰਸੀ ਤੇ ਜਾਂ ਵੱਡੇ ਡਾਟਿਆਂ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜੀਆਂ ਓਵਰਡੋਜ਼ਸ ਦੇ ਨਾਲ ਹੁੰਦੀਆਂ ਮੌਤਾਂ ਹੈ, ਉਹਨਾਂ ਤੋਂ ਵੱਡਾ ਪੁਖਤਾ ਸਬੂਤ ਤੇ ਕੋਈ ਪ੍ਰੂਫ ਤਾਂ ਨਹੀਂ, ਕਿਸੇ ਤਰ੍ਹਾਂ ਦੀ ਲੋੜ ਨਹੀਂ ਰਹਿ ਜਾਂਦੀ।
ਔਰ 18 20 ਸਾਲ ਦੇ ਬੱਚੇ, ਠੀਕ ਹੈ, ਉਹਦੇ ਨਾਲ ਮਰ ਰਹੇ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਮਤਲਬ ਅਜੇ ਤੱਕ ਉਹਨੇ ਕੇਸ ਜਿਹੜੇ ਹੈ ਨਾ ਉਹ ਰਿਪੋਰਟ ਵੀ ਨਹੀਂ ਹੁੰਦੇ। ਸਮਾਜ ਦੀ ਆਪਦੀ ਖੁਦ ਦੀ ਨੀਵੀਂ ਪੈਂਦੀ ਹੈ ਇਹਨਾਂ ਅਜਿਹੀ ਤਸਵੀਰ ਆਪਣੀ ਸਮਾਜ ਜਿਹੜਾ ਹੈ ਨਾ ਉਹ ਬਾਹਰ ਮਤਲਬ ਕੰਧ ਤੇ ਲਾਉਣੀ ਨਹੀਂ ਚਾਹੁੰਦਾ। ਅਜੇ ਤਾਂ ਲੁਕੋ ਰੱਖੇ ਜਾਂਦੇ ਨੇ। ਇਸ ਦਰਦ ਨੂੰ ਸਮਝਣ ਦੀ ਲੋੜ ਹੈ। ਬਹੁਤ ਡੂੰਘੀ ਪੀੜਾ ਹੈ ਇਹ। ਮੈਂ ਤਾਂ ਹੀ ਇਹ ਗੱਲ ਕਰ ਰਿਹਾ ਕਿ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਵੀ ਪ੍ਰਬੰਧ ਨੇ ਸਿਸਟਮ ਦੇ ਮਤਲਬ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ। ਜਦੋਂ ਅਜਿਹੇ ਦਰਦਾਂ ਦੀ ਵਜ੍ਹਾ ਦੇ ਨਾਲ ਲੋਕਾਂ ਦੀ ਜਿਹੜੀ ਹੈਗੀ ਹੈ ਲੋਕਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਇੰਬੈਲੈਂਸ ਹੁੰਦੀ ਹੈ ਕਿਤੇ ਨਾ ਕਿਤੇ, ਤਾਂ ਉਹ ਵੀ ਤਾਂ ਇਹਨਾਂ ਗੱਲਾਂ ਦੇ ਸਾਰੇ ਇਸ ਤਸਵੀਰ ਦੇ ਬਾਰੇ ਜਾਣੂ ਕਿਹਨੇ ਕਰਾਉਣਾ ਲੋਕਾਂ ਨੂੰ? ਕੀ ਅਸੀਂ ਇਸ ਤਰੀਕੇ ਨਾਲ ਜਾਣੂ ਕਰਵਾਵਾਂਗੇ ਕਿ ਜੇ ਇੱਕ ਬਲਵਿੰਦਰ ਸੇਖੋਂ ਕੁਝ ਬੋਲਦਾ ਤੇ ਉਹਦੇ ਤੇ ਕੰਟੈਂਪਟਾ ਕਰਕੇ? ਇਹਦੇ ਨਾਲ ਤਾਂ ਹੋਰ ਜ਼ਿਆਦਾ ਨਹੀਂ ਅਸੀਂ ਮਤਲਬ ਜਿਹੜੇ ਦਰਦ ਮਤਲਬ ਪੀੜਾਗ੍ਰਸਤ ਲੋਕ ਨੇ ਉਹਨਾਂ ਨੂੰ ਅਸੀਂ ਹੋਰ ਪੀੜਾ ਨਹੀਂ ਦੇ ਰਹੇ। ਜੇਕਰ ਕਿਤੇ ਨਾ ਕਿਤੇ ਕਿਸੇ ਲੈਵਲ ਤੇ ਅਗਰ ਅਸੀਂ ਹੈਲਪਲੈਸ ਵੀ ਹਾਂ ਜਾਂ ਕਿਸੇ ਲੈਵਲ ਤੇ ਕੋਈ ਹੋਰ ਮਤਲਬ ਪੁਖਤਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਜਾਂ ਕੁਝ ਵੀ ਕਰਨ ਦੀ ਲੋੜ ਹੈ, ਤਾਂ ਉਦੋਂ ਫਿਰ ਅਸੀਂ ਸਾਡੀ ਸਾਰੀ ਪੋਲਿਟਿਕਸ, ਸਾਡੇ ਬਿਊਰੋਕਰੇਟਸ, ਪ੍ਰਬੰਧਕੀ ਢਾਂਚਾ, ਸਾਡੀਆਂ ਫੋਰਸਸ ਜਿਹੜੀਆਂ ਹੈਗੀਆਂ ਉਹ ਸਾਨੂੰ ਉਸ ਦਿਸ਼ਾ ਦੇ ਵਿੱਚ ਅੱਗੇ ਕੰਮ ਕਰਦੀਆਂ ਨਜ਼ਰ ਆਉਣ। ਲੋਕਾਂ ਦਾ ਵਿਸ਼ਵਾਸ ਤਾਂ ਬਹਾਲ ਹੋਵੇ ਨਾ ਇਸ ਗੱਲ ਦੇ ਨਾਲ, ਪਰ ਉਹ ਕਿਤੇ ਨਾ ਕਿਤੇ ਉਹ ਨਹੀਂ ਹੋ ਰਿਹਾ। ਉਹ ਮਤਲਬ ਜਿਹੜੀ ਹੈ ਨਾ ਉਹ ਦੇਖੋ, ਜੇਕਰ ਇਹ ਅਜਿਹਾ ਹੋ ਰਿਹਾ ਹੁੰਦਾ ਤਾਂ ਲੋਕਾਂ ਦੀ ਇਹਨਾਂ ਮੁੱਦਿਆਂ ਦੇ ਪ੍ਰਤੀ ਇਸ ਤਰ੍ਹਾਂ ਨਾਲ ਇੰਨਾ ਮਤਲਬ ਜਿਹੜਾ ਨਾ ਖੁੰਡ ਚਰਚਾ ਜਿਹੜੀ ਹੈਗੀ ਹੈ ਉਹ ਇੰਨੇ ਵੱਡੇ ਪੱਧਰ ਤੇ ਨਾ ਹੁੰਦੀ। ਇਸ ਦੂਰੀ ਨੂੰ ਘਟਾ ਕੇ ਪ੍ਰਬੰਧ ਨੂੰ ਸਮਾਜ ਦੇ ਨੇੜੇ ਹੋ ਕੇ ਇਹ ਗੱਲ ਵੇਖਣੀ ਤੇ ਭਾਂਪਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ। ਮੈਂ ਇਹ ਗੱਲ ਜੀ ਡਾਕਟਰ ਸਾਹਿਬ, ਤੁਸੀਂ ਜਾਂਦੇ ਜਾਂਦੇ ਜੇ ਕੁਝ ਕਹਿਣਾ ਚਾਹੁੰਦੇ ਹੋ ਤੇ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਫਿਰ ਖਤਮ ਕਰਦੇ ਹਾਂ। ਹਾਂਜੀ ਸੁਖਵਿੰਦਰ, ਕਹਿਣ ਵਾਲੀ ਗੱਲ ਤਾਂ ਇਹੀ ਹੈਗੀ ਹੈ ਕਿ ਮਤਲਬ ਜਿਸ ਤਰ੍ਹਾਂ ਆਪਾਂ ਬਲਵਿੰਦਰ ਸੇਖੋਂ ਦੇ ਮਾਮਲੇ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਇਸ ਮੁੱਦੇ ਦੇ ਉੱਪਰ ਮੈਂ ਨਹੀਂ ਸਮਝਦਾ ਕਿ ਇਹਨੂੰ ਕੱਲਾ ਇਸ ਐਂਗਲ ਤੋਂ ਹੀ ਦੇਖਿਆ ਜਾਵੇ। ਦੇਖੋ, ਉਹਨਾਂ ਨੇ ਵੀ ਮਤਲਬ ਉਹਨਾਂ ਨੇ ਬਾਹਰ ਵੀ ਅਦਾਲਤ ਦੇ ਇਹੀ ਗੱਲ ਕਹੀ ਹੈ। 24 ਤਰੀਕ ਨੂੰ ਮਤਲਬ ਜਿਹੜੀ ਹੈਗੀ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਹੈ। ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਮੈਨੂੰ ਪਤਾ ਹੈ ਕਿ ਇਸ ਦੇ ਵਾਸਤੇ ਪਹੁੰਚ ਰਹੇ ਨੇ। ਮੈਂ ਪੰਜਾਬੀ ਮੰਚ ਦੇ ਵੱਲੋਂ ਤਾਂ ਚਲੋ ਉਹਨਾਂ ਦੇ ਨਾਲ ਸਾਥ ਸਹਿਯੋਗ ਕਰਨਾ ਹੀ ਹੈ, ਕਿਉਂਕਿ ਇੱਕ ਕਾਮਨ ਮਿਸ਼ਨ ਦੇ ਉੱਪਰ ਇੱਕ ਪਲੇਟਫਾਰਮ ਦੇ ਉੱਪਰ ਕੰਮ ਕਰ ਰਹੇ ਆ ਸਾਰੇ ਸਾਥੀ। ਪਰ ਆਮ ਸੰਗਤ ਵੀ ਜਿਹੜੀ ਹੈਗੀ ਹੈ ਉਹ ਇਸ ਵਿਸ਼ੇ ਦੇ ਉੱਤੇ ਮਤਲਬ ਜਿਹੜਾ ਹੈਗਾ ਗੱਲ ਅੱਗੇ ਤੋਰਨੀ ਚਾਹੁੰਦੀ ਹੈ। ਸੋ ਮੈਂ ਬੇਨਤੀ ਇਹ ਕਰਦਾ ਹਾਂ ਮਤਲਬ ਕਿ ਸਾਨੂੰ ਇਹਨੂੰ ਇੱਕ ਵੱਖਰੇ ਮਾਈਂਡ ਸੈਟ ਦੇ ਨਾਲ ਇਹਨੂੰ ਦਿਸ਼ਾ ਜਿਹੜੀ ਹੈਗੀ ਹੈ ਉਹ ਕਦਮ ਸਾਨੂੰ ਪੁੱਟਣੇ ਚਾਹੀਦੇ ਹੈ, ਉਹ ਐਕਟ ਕਰਨੇ ਚਾਹੀਦੇ ਹੈ ਜਿਹੜੇ ਸਾਨੂੰ ਕਿਸੇ ਹੱਲ ਵੱਲ ਲੈ ਕੇ ਜਾਣ। ਜੇ ਅਸੀਂ ਹੱਲ ਵੱਲ ਕਿਤੇ ਵੀ ਗਲਤੀ ਕਿਤੇ ਵੀ ਹੋ ਸਕਦੀ ਹੈ ਸੁਖਵਿੰਦਰ, ਕਿਸੇ ਤੋਂ ਵੀ ਹੋ ਸਕਦੀ ਹੈ। ਬਲਵਿੰਦਰ ਸੇਖੋਂ ਦੀ ਵੀ ਗਲਤੀ ਹੋ ਸਕਦੀ ਹੈ, ਸਾਡੇ ਪ੍ਰਬੰਧ ਦੇ ਵਿੱਚ ਵੀ ਉਣਤਾਈਆਂ ਹੋ ਸਕਦੀਆਂ। ਪਰ ਜੇਕਰ ਅਸੀਂ ਜਦੋਂ ਕੋਈ ਗੱਲ ਚੱਲ ਪੈਂਦੀ ਹੈ, ਜਦੋਂ ਕੋਈ ਡਾਇਲੋਗ ਸਟਾਰਟ ਹੋ ਜਾਂਦਾ ਹੈ, ਜਦੋਂ ਕੋਈ ਮਤਲਬ ਕੋਈ ਦਰਦ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਡੂੰਘਾ ਚਲਾ ਜਾਂਦਾ ਹੈ, ਤਾਂ ਉਸ ਤੋਂ ਬਾਅਦ ਉਹਦੇ ਤੇ ਸਵੈ ਪੜਚੋਲਾਂ ਕਰਨੀਆਂ, ਸਹੀ ਰਸਤੇ ਦੀ ਚੋਣ ਕਰਨੀ, ਇਹ ਵੀ ਤਾਂ ਸਾਡਾ ਹੀ ਫਰਜ਼ ਹੈ ਨਾ। ਇਹ ਵੀ ਤਾਂ ਇਨਸਾਨ ਦਾ ਹੀ ਫਰਜ਼ ਹੈ। ਖਾਸ ਤੌਰ ਤੇ ਜ਼ਿੰਮੇਵਾਰ ਲੋਕਾਂ ਦਾ ਤਾਂ ਹੋਰ ਵੀ ਅੱਗੇ ਹੋ ਕੇ ਇਹ ਡਿਊਟੀਆਂ ਨਿਭਾਉਣ ਦਾ ਫਰਜ਼ ਹੁੰਦਾ। ਮੈਂ ਇਹ ਸਮਝਦਾ ਕਿ ਮਤਲਬ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਉਹ ਸਾਨੂੰ, ਚਲੋ ਠੀਕ ਹੈ, ਸਾਡੇ ਸਮਾਜ ਦੇ ਵਿੱਚ ਇੱਕ ਸਮੱਸਿਆ ਬਣ ਗਈ ਹੈ, ਪਰ ਘੱਟੋ ਘੱਟ ਸਾਡਾ ਜ਼ਿੰਮੇਵਾਰ ਲੋਕਾਂ ਦਾ ਤਾਂ ਸਹੀ ਦਿਸ਼ਾ ਦੇ ਵਿੱਚ ਵਧਦੇ ਹੋਏ ਅਸੀਂ ਪੂਰੀ ਦੁਨੀਆ ਨੂੰ ਦਿਸਣੇ ਚਾਹੀਦੇ ਹਾਂ, ਤਾਂ ਕਿ ਸਾਡਾ ਜਿਹੜਾ ਹੈਗਾ ਦੋਨਾਂ ਤਰ੍ਹਾਂ ਦਾ ਨੁਕਸਾਨ ਤਾਂ ਨਾ ਹੋਵੇ। ਇੱਕ ਤਾਂ ਅਸੀਂ ਨਸ਼ੇ ਦੀ ਪੀੜਾ ਝੱਲ ਕੇ ਆਪਦੀ ਨੌਜਵਾਨ ਪੀੜ੍ਹੀ ਗਵਾ ਰਹੇ ਹਾਂ, ਇੱਕ ਨੁਕਸਾਨ ਤਾਂ ਉੱਥੋਂ ਕਰਵਾ ਰਹੇ ਹਾਂ, ਔਰ ਦੂਜਾ ਸਾਡੇ ਤੇ ਦੁਨੀਆ ਹੱਸ ਰਹੀ ਹੈ। ਦੁਨੀਆ ਹੱਸਦੀ ਹੈ ਸਾਨੂੰ ਦੇਖ ਕੇ ਕਿ ਕਿਸ ਤਰੀਕੇ ਨਾਲ ਟੈਕਲ ਕਰਦੇ ਨੇ, ਕਿੱਦਾਂ ਹੈਂਡਲ ਕਰਦੇ ਨੇ। ਸੁਖਵਿੰਦਰ, ਕੀ ਦੁਨੀਆ ਦੇਖ ਨਹੀਂ ਰਹੀ ਹੋਏਗੀ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਚੇਤਾ ਆ ਜਾਂਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਉਹੀ ਲੋਕ ਜਿਹੜੇ ਪਹਿਲਾਂ ਪਿੰਡਾਂ ਪਰਿਆਂ ਦੇ ਵਿੱਚ ਜਾ ਕੇ ਇਹ ਕਹਿੰਦੇ ਨੇ ਕਿ ਇਹ ਬਹੁਤ ਵੱਡੀ ਸਮੱਸਿਆ ਹੈ, ਔਰ ਉਸ ਤੋਂ ਬਾਅਦ ਕਹਿੰਦੇ ਜੀ ਇਹਦਾ ਤਾਂ ਹੱਲ ਮਤਲਬ ਬਹੁਤ ਵਧੀਆ, ਬਸ ਹੁਣ ਤਾਂ ਬਹੁਤ ਠੀਕ ਹੈ, ਹੁਣ ਤਾਂ ਸਭ ਕੁਝ ਅੱਛਾ ਹੈ। ਤੇ ਉਹ ਇਹ ਅਜਿਹੀਆਂ ਤਸਵੀਰਾਂ ਸਾਡੀਆਂ ਕਿਉਂ ਦਿਸ ਰਹੀਆਂ? ਸੋ ਮੈਂ ਇਹ ਸਮਝਦਾ ਕਿ ਇਹਨੂੰ ਮਤਲਬ ਕਿਸੇ ਟਕਰਾਅ ਦੀ ਸਥਿਤੀ ਜਾਂ ਕੋਈ ਹੋਰ ਇਦਾਂ ਦੀ ਬਣਾਉਣ ਦੀ ਬਜਾਏ ਜਿਹੜਾ ਹੈ ਉਹ ਇਸ ਪੀੜਾ ਨੂੰ ਸਮਝਿਆ ਜਾਣਾ ਚਾਹੀਦਾ ਹੈ, ਔਰ ਇਹਦਾ ਸਹੀ ਹੱਲ ਦੇ ਵੱਲ ਤੁਰਨਾ ਚਾਹੀਦਾ।
ਧੰਨਵਾਦ ਸੁਖਵਿੰਦਰ, ਮਿਹਰਬਾਨੀ। ਡਾਕਟਰ ਸਾਹਿਬ ਧੰਨਵਾਦ ਤੁਹਾਡਾ।